ਅਸੀਂ ਇਹ ਨਹੀਂ ਚਾਹੁੰਦੇ ਕਿ ਚੀਂਟੀ ਵੀ ਮਰੇ, ਠੀਕ ਹੈ ਨਾ, ਲੇਕਿਨ ਤੁਸੀਂ ਇੰਨੇ ਪੰਛੀਆਂ ਨੂੰ ਸਾਰੀ ਦੁਨੀਆ ਤੋਂ ਲਿਆ ਕੇ ਇੱਥੇ ਕੈਦ ਕਰੋਗੇ। ਇੱਕ ਪਿੰਜਰੇ 'ਚ ਅਸੀਂ ਇੱਕ ਤੋਤੇ ਨੂੰ ਰੱਖਦਾ, ਉਹਦਾ ਦੁੱਖ ਹੁੰਦਾ ਹੈ। ਕਿੰਨੇ ਕੁ ਪੰਛੀ ਰੱਖੇ ਜਾਣਗੇ ਤੇ ਕਿੰਨੇ ਕੁ ਪੈਸਾ ਇਹ ਤੇ ਲੱਗੇਗਾ ਟੋਟਲ, ਕੋਈ ਅੰਦਾਜ਼ਾ ਹੈ? ਹਜ਼ਾਰਾਂ ਪੰਛੀ ਰੱਖਣਗੇ, ਸਾਰੀ ਦੁਨੀਆ ਤੋਂ ਲੈ ਕੇ ਆਣਗੇ। ਅੱਜ ਦੀ ਡੇਟ ਤਾਂ ਕਰੋਨਾ ਦੀ ਡੇਟ ਤਾਂ ਇਹੀ ਚੀਜ਼ ਹੋਣੀ ਨਹੀਂ ਚਾਹੀਦੀ, ਕਿਉਂਕਿ ਇੱਕ ਵੀ ਪੰਛੀ ਇੱਕ ਬਿਮਾਰੀ ਲੈ ਕੇ ਆਉਂਦਾ ਹੈ। ਕੋਈ ਨਵੀਂ ਬਿਮਾਰੀ ਕੱਲ੍ਹ ਨੂੰ ਆ ਗਈ ਤਾਂ ਉਹਦਾ ਕੌਣ ਜ਼ਿੰਮੇਵਾਰ? ਕਿੰਨਾ ਕੁ ਪੈਸਾ ਖਰਚ ਕੀਤਾ ਜਾ ਰਿਹਾ ਇਸ ਪ੍ਰੋਜੈਕਟ ਇਹਦੇ ਤੇ 3.5-4 ਕਰੋੜ ਦਾ ਆਲਰੇਡੀ ਖਰਚਾ ਇਹਨਾਂ ਨੇ ਇਹਦੇ ਦਿਖਾ ਰਹੇ ਨੇ। 3 ਕਰੋੜ 38 ਲੱਖ ਦਾ ਇੱਕ ਟੈਂਡਰ ਸੀਗਾ ਤੇ 30-40 ਲੱਖ ਦਾ ਦੂਜਾ ਟੈਂਡਰ ਹੈ। ਤੇ ਪਲੱਸ ਮੇਨ ਤਾਂ ਇਹ ਕਿ ਇਹਦੀ ਮੇਨਟੇਨੈਂਸ ਦਾ ਬਹੁਤ ਖਰਚਾ ਆਏਗਾ। ਇਹਦੇ ਤੁਸੀਂ ਜਾਂ ਤਾਂ 에ਅਰ ਕੰਡੀਸ਼ਨਿੰਗ ਕਰੋਗੇ ਜਾਂ ਟੈਂਪਰੇਚਰ ਕੰਟਰੋਲ ਕਰੋਗੇ। ਹੁਣ ਗਰਮੀ 'ਚ 40 ਡਿਗਰੀ ਟੈਂਪਰੇਚਰ, ਉਹਦੇ 'ਚ ਆਪਣੇ ਜਿਹੜੇ ਸਾਈਬੇਰੀਆ ਦੇ ਪੰਛੀ ਆ ਹੋਰ ਉਹ ਕਿਵੇਂ ਸਰਵਾਈਵ ਕਰਨਗੇ? ਕੋਈ ਪੰਛੀ ਕੁਛ ਖਾਂਦਾ, ਕੋਈ ਪੰਛੀ ਕੁਛ ਖਾਂਦਾ, ਉਹਦਾ ਸਾਰਾ ਤੁਸੀਂ ਵਿਜ਼ਨ ਬਣਾ ਲਿਆ। ਮਗਰ ਦੇਖੋ ਨਾ ਤੁਸੀਂ ਸਾਰਾ ਉਹਦੇ ਇੱਕ ਪ੍ਰੋਜੈਕਟ ਰਿਪੋਰਟ ਬਣਾਈਏ ਕਿ ਵੀ ਕਿਹੜੇ ਪੰਛੀ ਅਸੀਂ ਲੈ ਗਏ ਔਰ ਕਿਸ ਪੰਛੀ ਦੀ ਕੀ ਬਿਮਾਰੀ ਹੈ, ਕੀ ਉਹਦਾ ਇਲਾਜ ਹੈ, ਕਿਹਦੀ ਕਿੰਨੀਆਂ ਮੈਡੀਸਿਨਸ ਰੱਖਾਂਗੇ। ਸਾਰੇ ਪੰਛੀਆਂ ਨੂੰ ਇੱਕੋ ਮੈਡੀਸਿਨ ਤਾਂ ਨਹੀਂ ਦੇ ਕੇ पैरासीटामोल दे तो सारे ठीक हो गए। इतने रुपए में अगर पक्षी उनको लाने थे तरह तरह के, तो इस तरह के वनस्पति पेड़ पौधे लगाते जिनके फल लगते, उनकी पत्ते, उनके ऊपर घोंसले बनाते हैं, क्योंकि हर पक्षी अलग पेड़ पे घोंसला बनाता है। घोंसला बनाने के लिए उसको अलग तरह का मटेरियल चाहिए, उसको खाने के लिए भी उसकी डाइट अलग होती है, टेम्परेचर अलग होता है। तो इस तरह करते हैं तो वो एक पर्यावरण का बहुत बड़ा फायदा होता है और पक्षियों को कैद नहीं होती। घर की मुर्गी दाल बराबर वाली गल करते हैं। घर के जोड़े इन्ने सुंदर पंछी हैं, इन्ने सुंदर चिड़िया होंगे, तोते होंगे सी, मैना होंगे सी, उन्होंने तो असीं भुल गए। बाहर के रंग बिरंगे पंछी लैके असीं सोचते बहुत बड़ा असीं कोई करता, बहुत बड़ा काम करता। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੁਖਨਾ ਲੇਕ ਉੱਤੇ ਇੱਕ ਪ੍ਰੋਜੈਕਟ ਉਲੀਕਿਆ ਗਿਆ ਹੈ ਪੰਛੀਆਂ ਨੂੰ ਕੈਦ ਕਰਨ ਦਾ। ਉਹਦਾ ਕੁਝ ਚੰਡੀਗੜ੍ਹ ਵਾਸੀ ਵਿਰੋਧ ਕਰਦੇ ਨੇ, ਜੋ ਵਾਤਾਵਰਨ ਪ੍ਰੇਮੀ ਨੇ, ਪੰਛੀਆਂ ਨੂੰ ਪਿਆਰ ਕਰਨ ਵਾਲੇ ਨੇ। ਸਾਰੀ ਗੱਲ ਕਰਾਂਗੇ ਪ੍ਰੇਮ ਗਰਗ ਜੀ ਨਾਲ, ਜੋ ਤਿੱਖੇ ਰੂਪ 'ਚ ਇਸ ਗੱਲ ਦਾ ਵਿਰੋਧ ਕਰ ਰਹੇ ਨੇ। ਗਰਗ ਸਾਹਿਬ, ਕਿੱਦਾਂ ਤੁਹਾਡੇ ਮਨ 'ਚ ਆਇਆ ਕਿ ਇਹ ਜਿਹੜਾ ਹੈਗਾ ਪੰਛੀਆਂ ਨੂੰ ਕੈਦ ਕਰਨਾ ਗਲਤ ਹੈ, ਤੇ ਪ੍ਰੋਜੈਕਟ ਦਾ ਕਿਵੇਂ ਪਤਾ ਲੱਗਿਆ ਤੇ ਪ੍ਰੋਜੈਕਟ ਕੀ ਹੈ? ਮੈਂ ਤਾਂ ਜਦੋਂ ਵੀ ਉੱਧਰ ਤੋਂ ਲੰਘਦਾ ਕੰਸਲ ਨੂੰ ਅਸੀਂ ਜਾਂਦੇ ਹਾਂ, ਜਦੋਂ ਵੀ ਉੱਥੇ ਉਹ ਦਿਖਦਾ ਹੈ ਤੇ ਪੁੱਛਦੇ ਹਾਂ ਕਿ ਕੀ ਚੀਜ਼ ਹੈ, ਕਿ ਉੱਥੇ ਅੰਦਰ ਤਾਂ ਜਾਣ ਨਹੀਂ ਦਿੰਦੇ ਜਰਨਲੀ। ਤੇ ਜਦੋਂ ਸਾਨੂੰ ਦੱਸਿਆ ਕਿ ਇੱਥੇ ਪੰਛੀਆਂ ਨੂੰ ਰੱਖਿਆ ਜਾਊਗਾ ਤਾਂ ਬੜੇ ਹੈਰਾਨੀ ਦੀ ਗੱਲ ਹੈ ਕਿ ਯਾਰ ਇੱਥੇ ਇੱਕ ਤਾਂ ਕੰਸਟਰਕਸ਼ਨ ਅਲਾਉਡ ਨਹੀਂ ਹੈਗੀ ਤੇ ਤੁਸੀਂ ਕੰਸਟਰਕਸ਼ਨ ਕਰ ਰਹੇ ਹੋ। ਫਿਰ ਪਤਾ ਲੱਗਿਆ ਜੀ ਕਹਿ ਰਹੇ ਕਿ ਟੈਂਪਰੇਰੀ ਕੰਸਟਰਕਸ਼ਨ ਹੈ। ਇੰਨੇ ਪੈਸੇ ਲਗਾ ਕੇ ਇੱਕ ਟੈਂਪਰੇਰੀ ਕੰਸਟਰਕਸ਼ਨ ਕਿਵੇਂ, ਉਹਨੂੰ ਟੈਂਪਰੇਰੀ ਕਿਵੇਂ ਕਹਿ ਸਕਦਾ? ਇਟ ਇਜ਼ ਪਰਮਾਨੈਂਟ ਕੰਸਟਰਕਸ਼ਨ। ਪਰਮਾਨੈਂਟ ਕੰਸਟਰਕਸ਼ਨ ਤਾਂ ਉਹ ਇਲੀਗਲ ਹੈ। ਦੂਸਰਾ, ਪੰਛੀਆਂ ਨੂੰ ਮੈਂ ਬੜਾ ਮਗੇ पर्यावरण ਪ੍ਰੇਮੀ ਹੈਗਾ, ਅਸੀਂ ਇਹ ਨਹੀਂ ਚਾਹੁੰਦੇ ਕਿ ਚੀਂਟੀ ਵੀ ਮਰੇ, ਠੀਕ ਹੈ ਨਾ, ਲੇਕਿਨ ਤੁਸੀਂ ਇੰਨੇ ਪੰਛੀਆਂ ਨੂੰ ਸਾਰੀ ਦੁਨੀਆ ਤੋਂ ਲਿਆ ਕੇ ਇੱਥੇ ਕੈਦ ਕਰੋਗੇ। ਇੱਕ ਪਿੰਜਰੇ 'ਚ ਅਸੀਂ ਇੱਕ ਤੋਤੇ ਨੂੰ ਰੱਖਦਾ, ਉਹਦਾ ਦੁੱਖ ਹੁੰਦਾ ਹੈ ਕਿ ਉਹਦੀ ਆਜ਼ਾਦੀ ਤੁਸੀਂ ਛੀਨ ਰਹੇ ਹੋ। ਤੁਸੀਂ ਇੰਨੇ ਪੰਛੀ ਦੀ ਆਜ਼ਾਦੀ ਜਿਹੜੀ ਛੀਨ ਰਹੇ ਹੋ, ਉਹ ਮੇਰੇ ਮੁਤਾਬਕ ਤਾਂ ਬਿਲਕੁਲ ਗਲਤ ਹੈ। ਤੇ ਕਿੰਨੇ ਕੁ ਪੰਛੀ ਰੱਖੇ ਜਾਣਗੇ ਤੇ ਕਿੰਨੇ ਕੁ ਪੈਸਾ ਇਹ ਤੇ ਲੱਗੇਗਾ ਟੋਟਲ, ਕੋਈ ਅੰਦਾਜ਼ਾ ਹੈ? ਹਜ਼ਾਰਾਂ ਪੰਛੀ ਰੱਖਣਗੇ, ਸਾਰੀ ਦੁਨੀਆ ਤੋਂ ਲੈ ਕੇ ਆਣਗੇ। ਤੇ ਸਾਰੀ ਦੁਨੀਆ ਤੋਂ ਲੈ ਕੇ ਨਾ ਉਹ ਕਿਹੜੀ ਏਜੰਸੀ ਲੈ ਕੇ, ਕਿਹੜੀ ਏਜੰਸੀ ਉਹਨਾਂ ਦੇ ਆਲੇ ਨੇ ਤਾਂ ਉਹਨੂੰ ਛੀਨ ਕੇ ਲੈ ਕੇ ਆਊਗੀ। ਤੁਸੀਂ ਸੋਚ ਕੇ ਦੇਖੋ ਕਿ ਇੰਨੇ ਕੰਟਰੀਜ਼ ਤੋਂ ਐਗਜ਼ੋਟਿਕ ਜਿਨ੍ਹਾਂ ਨੂੰ ਆਪਾਂ ਪੰਛੀ ਕਹਿੰਦੇ, ਸੁੰਦਰ ਨੀਲੇ ਪੀਲੇ ਜਿਹੜੇ ਆਪਣੇ ਹੈਗੇ, ਉਹਨਾਂ ਨੂੰ ਤੁਸੀਂ ਕਿਉਂ ਇਕੱਠੇ ਕਰ ਰਹੇ ਹੋ? ਕਈ ਪੰਛੀਆਂ ਨੂੰ ਤਾਂ ਇੱਥੇ ਦਾ ਵਾਤਾਵਰਨ ਤੇ ਮਾਹੌਲ ਵੀ ਪਸੰਦ ਨਹੀਂ ਹੋਣਾ, ਦਰਖਤਾਂ ਦੀ ਖੁਸ਼ਬੂ ਨਹੀਂ ਪਸੰਦ ਹੋਣੀ। ਅੱਜ ਦੀ ਡੇਟ ਤਾਂ ਕਰੋਨਾ ਦੀ ਡੇਟ ਤਾਂ ਇਹੀ ਚੀਜ਼ ਹੋਣੀ ਨਹੀਂ ਚਾਹੀਦੀ, ਕਿਉਂਕਿ ਇੱਕ ਵੀ ਪੰਛੀ ਇੱਕ ਬਿਮਾਰੀ ਲੈ ਕੇ ਆਉਂਦਾ ਹੈ। ਕੋਈ ਨਵੀਂ ਬਿਮਾਰੀ ਕੱਲ੍ਹ ਨੂੰ ਆ ਗਈ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ? ਉੱਥੇ ਤੁਹਾਡੇ ਛੋਟੇ ਬੱਚੇ ਵੀ ਘੁੰਮਣਗੇ, ਛੋਟੇ ਬੱਚਿਆਂ ਦੇ ਪੰਛੀ ਬਿੱਠਾ ਵੀ ਕਰਦੇ, ਬਿੱਠ ਦੇ ਵਿੱਚ ਕੋਈ ਇਨਫੈਕਸ਼ਨ ਆ ਗਈ ਤੇ ਤੁਹਾਡੇ ਬੱਚਿਆਂ ਨੂੰ ਕੋਈ ਇਨਫੈਕਸ਼ਨ ਹੋ ਗਈ ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਕਿੰਨਾ ਕੁ ਪੈਸਾ ਖਰਚ ਕੀਤਾ ਜਾ ਰਿਹਾ ਇਸ ਪ੍ਰੋਜੈਕਟ ਇਹਦੇ ਤੇ 3.5-4 ਕਰੋੜ ਦਾ ਆਲਰੇਡੀ ਖਰਚਾ ਇਹਨਾਂ ਨੇ ਇਹਦੇ ਦਿਖਾ ਰਹੇ ਨੇ। 3 ਕਰੋੜ 38 ਲੱਖ ਦਾ ਇੱਕ ਟੈਂਡਰ ਸੀਗਾ ਤੇ 30-40 ਲੱਖ ਦਾ ਦੂਜਾ ਟੈਂਡਰ ਹੈ। ਤੇ ਪਲੱਸ ਮੇਨ ਤਾਂ ਇਹ ਕਿ ਇਹਦੀ ਮੇਨਟੇਨੈਂਸ ਦਾ ਬਹੁਤ ਖਰਚਾ ਆਏਗਾ। ਇਹਦੇ ਤੁਸੀਂ ਜਾਂ ਤਾਂ 에ਅਰ ਕੰਡੀਸ਼ਨਿੰਗ ਕਰੋਗੇ ਜਾਂ ਟੈਂਪਰੇਚਰ ਕੰਟਰੋਲ ਕਰੋਗੇ। ਹੁਣ ਗਰਮੀ 'ਚ 40 ਡਿਗਰੀ ਟੈਂਪਰੇਚਰ, ਉਹਦੇ 'ਚ ਆਪਣੇ ਜਿਹੜੇ ਸਾਈਬੇਰੀਆ ਦੇ ਪੰਛੀ ਆ ਹੋਰ ਉਹ ਕਿਵੇਂ ਸਰਵਾਈਵ ਕਰਨਗੇ? ਤੇ ਉਹਦੇ ਕੁਛ ਨਾ ਕੁਛ ਉਹਦੀ ਇੰਨੀ ਮੇਨਟੇਨ, ਉਹਨਾਂ ਨੂੰ ਖਾਣਾ ਦੇਣਾ। ਤੁਸੀਂ ਇਹ ਸੋਚ ਕੇ ਉਹਨਾਂ ਨੂੰ ਖਾਣਾ, ਕੋਈ ਪੰਛੀ ਕੁਛ ਖਾਂਦਾ, ਕੋਈ ਪੰਛੀ ਕੁਛ ਖਾਂਦਾ, ਉਹਦਾ ਸਾਰਾ ਤੁਸੀਂ ਵਿਜ਼ਨ ਬਣਾ ਲਿਆ। ਮਗਰ ਦੇਖੋ ਨਾ ਤੁਸੀਂ ਸਾਰਾ ਉਹਦੇ ਇੱਕ ਪ੍ਰੋਜੈਕਟ ਰਿਪੋਰਟ ਬਣਾਈਏ ਕਿ ਵੀ ਕਿਹੜੇ ਪੰਛੀ ਅਸੀਂ ਲੈ ਗਏ ਔਰ ਕਿਸ ਪੰਛੀ ਦੀ ਕੀ ਬਿਮਾਰੀ ਹੈ, ਕੀ ਉਹਦਾ ਇਲਾਜ ਹੈ, ਕਿਹਦੀ ਕਿੰਨੀਆਂ ਮੈਡੀਸਿਨਸ ਰੱਖਾਂਗੇ। ਸਾਰੇ ਪੰਛੀਆਂ ਨੂੰ ਇੱਕੋ ਮੈਡੀਸਿਨ ਤਾਂ ਨਹੀਂ ਦੇ ਕੇ पैरासीटामोल ਦੇ ਤੇ ਸਾਰੇ ਠੀਕ ਹੋ ਗਏ। ਮੇਨਕਾ ਗਾਂਧੀ ਕੋਲ ਤੁਸੀਂ ਗੱਲ ਪਹੁੰਚਾਈ ਆਪਣੀ, ਕਿਉਂਕਿ ਉਹ ਐਕਸ਼ਨ ਤੁਰੰਤ ਲੈ ਲੈਂਦੇ ਨੇ ਇਹੋ ਜਿਹੇ ਮਾਮਲੇ 'ਚ। ਇਸ ਚੀਜ਼ ਦਾ ਸੰਗਿਆਨ ਲੈਣਾ ਚਾਹੀਦਾ। ਮੇਰੀ ਰਿਕੁਐਸਟ ਹੈ ਮੇਨਕਾ ਗਾਂਧੀ ਨੂੰ ਕਿ ਇਸ ਚੀਜ਼ ਦਾ ਸੰਗਿਆਨ ਲੈ ਕੇ ਇਸ ਚੀਜ਼ ਨੂੰ ਇਸ ਦਾ ਵਿਰੋਧ ਮੇਨਕਾ ਗਾਂਧੀ ਲੈਵਲ 'ਤੇ ਹੋਣਾ, ਕਿਉਂਕਿ ਉਸ ਚੀਜ਼ ਬੀਜੇਪੀ ਦੇ ਬਹੁਤ ਸੀਨੀਅਰ ਲੀਡਰ ਹੈ ਤੇ ਉਹਨਾਂ ਨੂੰ ਇਸ ਚੀਜ਼ ਨੂੰ ਬੰਦ ਕਰਵਾਉਣ ਵਾਸਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਸਟੈਪ ਲਿਆ। ਔਰ ਤੁਸੀਂ ਬਹੁਤ ਅੱਛਾ ਕਿਹਾ, ਮੈਂ ਅੱਜ ਹੀ ਮੇਨਕਾ ਗਾਂਧੀ ਜੀ ਨੂੰ ਇਹ ਕਮ ਸੇ ਕਮ ਲਿਖ ਕੇ ਭੇਜੂੰਗਾ।
ਤੇ ਤੁਸੀਂ ਹੁਣ ਪ੍ਰਸ਼ਾਸਨ ਨਾਲ ਕਿਸ ਲੈਵਲ ਤੇ ਗੱਲ ਕੀਤੀ ਆ ਵੀ ਕਿ ਤੁਸੀਂ ਇਹ ਗਲਤ ਕਰ ਰਹੇ ਹੋ, ਪੰਛੀਆਂ ਦੀ ਆਜ਼ਾਦੀ ਤੇ ਵੱਡਾ ਹਮਲਾ ਹੈ? ਇਹੀ ਅੱਜ ਜਿਹੜਾ ਪ੍ਰੈਸ ਕਾਨਫਰੰਸ ਬੁਲਾਉਣ ਦਾ ਮਤਲਬ ਸੀ ਉਹ ਇਹੀ ਸੀਗਾ ਕਿ ਅਸੀਂ ਇਰੈਗੂਲਰਿਟੀ ਜਿਹੜੇ ਆ ਪਹਿਲਾਂ ਤਾਂ ਉਹ ਪੁਆਇੰਟ ਆਊਟ ਕਰੀਏ। ਹੁਣ ਇਹਦਾ ਪੂਰਾ ਡਿਟੇਲ ਜੋ ਮੈਂ ਤੁਹਾਨੂੰ ਦੱਸਿਆ ਇਹੀ ਡਿਟੇਲ ਬਣਾ ਕੇ ਅਸੀਂ ਕਮਿਸ਼ਨਰ ਐਡਵਾਈਜ਼ਰ ਸਾਹਿਬ ਗਵਰਨਰ ਸਾਹਿਬ ਨੂੰ ਆਪਣੀ ਫਾਊਂਡੇਸ਼ਨ ਤਰਫ ਤੋਂ ਲਿਖਾਂਗੇ। ਉਸ ਤੋਂ ਬਾਅਦ ਦੇਖਾਂਗੇ ਕਿ ਉਹ ਕੀ ਰਿਐਕਸ਼ਨ ਕਰਦੇ ਜਾਂ ਨਹੀਂ ਕਰਦੇ। ਉਸ ਤੋਂ ਬਾਅਦ ਜੋ ਵੀ ਅੱਗੇ ਦਾ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ। ਤੁਹਾਡਾ ਕੀ ਨਾਂ ਤੇ ਤੁਸੀਂ ਕਿਹੜੀ ਸੰਸਥਾ ਨਾਲ ਜੁੜੇ ਹੋਏ ਹੋ? मेरा नाम LR बुडानिया है। मैं भी गर्ग साहब के साथ हूँ और एनवायरनमेंट पे चंडीगढ़ में काफ़ी काम करता हूँ। मेरे मुताबिक जो 4 करोड़ रुपए अभी तक खर्च हो चुका, आगे वाला खर्चा तो हिसाब ही कोई नहीं है। इतने रुपए में अगर पक्षी उनको लाने थे तरह तरह के, तो इस तरह के वनस्पति पेड़ पौधे लगाते जिनके फल लगते, उनकी पत्ते, उनके ऊपर घोंसले बनाते हैं, क्योंकि हर पक्षी अलग पेड़ पे घोंसला बनाता है। घोंसला बनाने के लिए उसको अलग तरह का मटेरियल चाहिए, उसको खाने के लिए भी उसकी डाइट अलग होती है, टेम्परेचर अलग होता है। तो इस तरह करते हैं तो वो एक पर्यावरण का बहुत बड़ा फायदा होता है और पक्षियों को कैद नहीं होती। तो दोनों तरीके से नुकसान है। पैसे की जो बिना रेगुलेटरी है, जो बिना जैसे उसका ऑडिट के अंदर भी ऑब्जेक्शन लग गया, वो गफला अलग है। और कल को ये बर्ड फ्लू वाला जो हम देख चुके हैं, यहाँ बत्तख को सबको मारा था, ये इतने पोल्ट्री फार्म में सारी बत्तखों को मार देते हैं। तो ये पहली बात तो बड़ा पिंजरा जो बना रहे हैं, ये कैद बना रहे हैं, बड़ी कैद कह सकते हैं, पिंजरा कैद हो। हम घर में पिंजरा में रखते हैं तो हमारे पे आके वो कार्रवाई हो जाती है, सरकार करे तो वो लीगल हो जाता है। ਗਰਗ ਸਾਹਿਬ ਇੱਕ ਤੁਹਾਡੇ ਤੋਂ ਸਵਾਲ ਹੈ, ਚੰਡੀਗੜ੍ਹ ਦੇ ਵਿੱਚ ਜਿਹੜੇ ਵੀ ਦਰਖਤ ਲਾਏ ਗਏ ਉਹ ਵਿਦੇਸ਼ਾਂ ਦੀ ਤੋਂ ਲਿਆ ਕੇ ਲਗਾਏ ਗਏ ਨੇ। ਆਪਣੇ ਇੱਧਰਲੇ ਪੰਛੀਆਂ ਨੂੰ ਨਾ ਤਾਂ ਉਹਨਾਂ ਦੀ ਖੁਸ਼ਬੂ ਪਸੰਦ ਹੈ, ਨਾ ਉੱਥੇ ਆਲ੍ਹਣੇ ਬਣਾਏ ਜਾ ਸਕਦੇ ਨੇ, ਉਹਨਾਂ ਦੇ ਪ੍ਰੋਪਰ ਆਲ੍ਹਣੇ ਬਣਾਉਣ ਲਈ ਪ੍ਰੋਪਰ ਥਾਂ ਨਹੀਂ। ਇੱਧਰਲੇ ਪੰਛੀਆਂ ਦਾ ਉਜਾੜਾ ਇਹਨਾਂ ਨੇ ਪਹਿਲਾਂ ਕਰਤਾ, ਹੁਣ ਬਾਹਰਲੇ ਪੰਛੀਆਂ ਨੂੰ ਲਿਆ ਕੇ ਗੁਲਾਮ ਬਣਾ ਰਹੇ ਨੇ। ਇਹਦੇ ਬਾਰੇ ਕੀ ਕਹਿਣਾ ਕਿ ਘੱਟੋ ਘੱਟ ਇੱਧਰਲੇ ਦਰਖਤ ਇੱਥੇ ਲੱਗਣੇ ਚਾਹੀਦੇ ਆ? ਤੁਸੀਂ ਮੇਰੇ ਸਵਾਲ ਦਾ ਜਵਾਬ ਖੁਦ ਹੀ ਦੇ ਰਹੇ ਹੋ। ਬੇਸਿਕਲੀ ਆਪਾਂ ਆਪਣੇ ਘਰ ਦੀ ਮੁਰਗੀ ਦਾਲ ਬਰਾਬਰ ਵਾਲੀ ਗੱਲ ਕਰਦੇ ਨੇ। ਘਰ ਦੇ ਜਿਹੜੇ ਇੰਨੇ ਸੁੰਦਰ ਪੰਛੀ ਆ, ਇੰਨੇ ਸੁੰਦਰ ਚਿੜੀਆਂ ਹੁੰਦੇ ਸੀ, ਤੋਤੇ ਹੁੰਦੇ ਸੀ, ਮੈਨਾ ਹੁੰਦੇ ਸੀਗੇ, ਉਹਨਾਂ ਤਾਂ ਅਸੀਂ ਭੁੱਲ ਗਏ। ਬਾਹਰ ਦੇ ਰੰਗ ਬਿਰੰਗੇ ਪੰਛੀ ਲੈ ਕੇ ਅਸੀਂ ਸੋਚਦੇ ਬਹੁਤ ਬੜਾ ਅਸੀਂ ਕੋਈ ਕਰਤਾ, ਬਹੁਤ ਬੜਾ ਕੰਮ ਕਰਤਾ। ਤੁਸੀਂ ਆਪਣੇ ਪੰਛੀਆਂ ਸਵਾਲ ਤੁਸੀਂ ਕਿੰਨੀਆਂ ਚਿੜੀਆਂ ਹੁਣ ਤੁਹਾਨੂੰ ਦਿਖਦੇ ਨੇ, ਉਹਨਾਂ ਤੋਂ ਪੈਸਟੀਸਾਈਡ ਖਿਲਾ ਕੇ ਮਾਰਤਾ। ਜਿਵੇਂ ਤੁਸੀਂ ਕਹਿੰਦੇ ਅਲੱਗ-ਅਲੱਗ ਤਰ੍ਹਾਂ ਦੇ ਪੇੜ ਜਿਹੜੇ ਨੈਚੁਰਲ ਪੇੜ ਸੀਗੇ ਉਹ ਤਾਂ ਖਤਮ ਹੋਈ ਜਾ ਰਹੇ ਨੇ। ਹੁਣ ਤੁਸੀਂ ਤਰ੍ਹਾਂ ਦੇ ਡੈਕੋਰੇਟਿਵ ਪੇੜ ਲਗਾ ਰਹੇ ਹੋ, ਉਹਦਾ ਕੀ ਫਾਇਦਾ? ਠੀਕ ਹੈ, ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ? ਨਾਂ ਕੀ ਤੁਹਾਡਾ ਤੇ ਸੰਸਥਾ ਦਾ ਨਾਮ ਹੀ ਦੱਸ ਦਿਓ। मैं अशोक तिवारी, माई ट्री के नाल ही है मैं। मेरी जड़ी जो मैं बात करना चाहता हूँ, मेरा आज जो मुद्दा है, आपने बहुत सारे सवाल पूछे लेकिन आप जो मेन मुद्दा था उससे आप भी भटक गए। हमारी जो प्रेस है आज एक घोटाले पे है। हमने पहले भी ये बात कही है वहाँ पे कि जो घोटाला हो रहा है ये बहुत बड़ा घोटाला है, चाहे 1 लाख रुपए का है चाहे 10 रुपए का है। अगर चंडीगढ़ प्रशासन ये ऑडिट रिपोर्ट में घोटाला आया है, हम ये चाहते हैं कि कोई सेटिंग जज से। ਇਹ ਆਡਿਟ ਰਿਪੋर्ट ਕਦੋਂ ਦੀ ਹੈ, ਕਿਹਦੀ ਹੈ, ਇਹ ਵੀ ਡਿਟੇਲ ਚ ਦੱਸ ਦਿਓ। लेटेस्ट रिपोर्ट है ये आप दलाई साहब से पूछे कि ये रिपोर्ट जो दी है, कि माई ट्री ने जो प्रेस करके आपको दी है, ये क्या सही है? ये आप दलाई साहब से पूछ सकते हैं ना। हमें तो ये रिपोर्ट मिली, हम आपके सामने रख दी हमने यहाँ पे। हमारा आज जो विजन है, हमारा विजन ये है कि जो इसके ऊपर घोटाला हो रहा है, हम समय समय पर माई ट्री जो है शहर की सभी समस्याओं को उठाता रहता है। पर्यावरण प्रेमी है हम लोग, हर हमेशा पेड़ लगाते हैं। जो पेड़ गिरे हुए हैं, जो पेड़ बूढ़े हो गए हैं, उनकी व्यवस्था के लिए भी गर्ग साहब लगातार आवाज़ उठा रहे हैं। आज हमारा मुद्दा है कि जो ये बना रहा वर्ल्ड वाइड बना रहे हैं, इसके ऊपर जो 4.5 करोड़ का टेंडर दिया गया, इसमें कितनी अनियमितताएं की गई, उसके ऊपर हम पूछना चाहते हैं देवेंद्र दलाई जी। ਸਵਾਲ ਇਹ ਵੀ ਹੈ ਕਿ ਹਾਈ ਕੋਰਟ ਦੇ ਆਰਡਰ ਨੇ ਕਿ ਉੱਥੇ ਉਸਾਰੀਆਂ ਨਹੀਂ ਹੋ ਸਕਦੀਆਂ। ਹਾਈ ਕੋਰਟ ਦੇ ਚੀਫ ਜਸਟਿਸ ਨੂੰ ਵੀ ਕੋਈ ਲੈਟਰ ਲਿਖੋਗੇ ਤੁਸੀਂ? ਬਿਲਕੁਲ, ਅਸੀਂ ਪਹਿਲੇ ਇਹਦੇ ਬਾਰੇ ਜਿਹੜੀ ਹੈ ਗੱਲ ਕਰ ਚੁੱਕੇ। ਦੇਵਿੰਦਰ ਦਲਾਈ ਜੀ ਨੂੰ ਅਸੀਂ ਲੈਟਰ ਦਿੱਤੇ ਸੰਗਠਨ ਵੱਲੋਂ। ਦੇਵਿੰਦਰ ਦਲਾਈ ਜੀ ਨੇ ਕਿਹਾ ਸੀ ਕਿ ਇਹਦੇ ਉੱਪਰ ਕੋਈ ਅਨਿਯਮਤਾ ਨਹੀਂ ਹੈ, ਇਹ ਟੈਂਪਰੇਰੀ ਬਣਾ ਰਹੇ ਹਨ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜੇਕਰ ਸ਼ਹਿਰ ਦੀ ਜਿਹੜਾ ਪੈਸਾ ਹੈ, ਜਿਹੜਾ ਲੋਕਾਂ ਦਾ ਟੈਕਸ ਦਾ ਪੈਸਾ ਹੈ, वो ਤੁਸੀਂ 2 ਸਾਲ ਵਾਸਤੇ 1 ਸਾਲ ਵਾਸਤੇ ਬਣਾ ਰਹੇ ਹੋ, 4 ਕਰੋੜ 6 ਕਰੋੜ ਖਰਚਾ ਕਰ ਰਹੇ ਹੋ, ਤੇ ਤੁਸੀਂ ਕਿਉਂ ਇੰਨੀ ਵੇਸਟ ਕਰ ਰਹੇ ਹੋ ਪੈਸੇ? ਸ਼ਹਿਰ ਦਾ ਪੈਸਾ ਸ਼ਹਿਰ ਦੀ ਸੁੰਦਰਤਾ ਤੇ ਲਗਾਓ, ਨਾ ਕਿ ਤੁਸੀਂ ਸ਼ਹਿਰ ਦਾ ਜਿਹੜਾ ਪੈਸਾ ਹੈ ਉਹ ਇਸ ਤਰ੍ਹਾਂ ਦੇ ਪ੍ਰੋਜੈਕਟ ਦੇ ਵਿੱਚ ਲਗਾਓ ਜਿਹੜਾ ਪ੍ਰੋਜੈਕਟ 2 ਸਾਲ ਬਾਅਦ ਤੁਹਾਨੂੰ ਗਿਰਾਣਾ ਪਵੇ। ਜਦ ਟੈਂਪਰੇਰੀ ਕਰ ਰਹੇ ਹੋ ਤਾਂ ਟੈਂਪਰੇਰੀ। ਫਿਰ ਦੂਜੀ ਅਸੀਂ ਗੱਲ ਪੁੱਛੀ ਕਿ ਤੁਸੀਂ ਬੇਸਮੈਂਟ ਉਹਦੀ ਖੋਦ ਲਈ, ਕਿਉਂ ਖੋਦੀ ਤੁਸੀਂ ਬੇਸਮੈਂਟ? ਉਹਨਾਂ ਨੇ ਇਹ ਜਵਾਬ ਦਿੱਤਾ ਕਿ ਹਾਈ ਕੋਰਟ ने कहा कि नीचे ਤੁਸੀਂ ਬਣਾ सकते हो। एक गरीब बंदा चंडीगढ़ के अंदर एक झोपड़ी बनाता है, ਉਹਨੂੰ ਗਿਰਾਉਣ ਵਾਸਤੇ ਪੂਰਾ ਚੰਡੀਗੜ੍ਹ ਸ਼ਹਿਰ ਦਾ ਅਮਲਾ ਚਲਾ ਜਾਂਦਾ ਹੈ, ਜਦ ਕਿ ਇਹ ਬਿਲਕੁਲ ਐਡਵਾਈਜ਼ਰ ਸਾਹਿਬ ਦੀ ਨਾਕ ਦੇ ਨੀਚੇ, ਗਵਰਨਰ ਸਾਹਿਬ ਦੀ ਨਾਕ ਨੀਚੇ ਸਾਰੇ ਅਫਸਰਸ਼ਾਹੀ ਸੈਰ ਕਰਦੀ ਹੈ। ਕਿਆ ਉਹਨਾਂ ਨੂੰ ਇਹ ਜਿਹੜਾ ਪ੍ਰੋਜੈਕਟ ਦਿਖ ਰਿਹਾ ਉਹਦੀ ਅਨਿਯਮਤਾएं ਨਹੀਂ ਦਿਖ ਰਹੀ? ਅਸੀਂ ਤਾਂ ਇੱਕ ਮੰਗ ਕਰਦੇ ਕਿ ਇਹਦੀ ਕਿਸੇ ਸੈਟਿੰਗ ਜੱਜ ਤੋਂ ਉੱਚ ਸਤਰੀ ਜਾਂਚ ਹੋਵੇ। ਜਿਹੜੇ ਇਹ ਰਿਪੋਰਟ ਆਈ ਹੈ, ਇਹ ਕਿਆ ਰਿਪੋਰਟ में ਜਿਹੜਾ ਆਇਆ ਹੋਇਆ, ਇਹ ਰਿਪੋਰਟ ਨੂੰ ਉਜਾਗਰ ਕੀਤਾ ਜਾਵੇ। ਇੱਕ ਚੰਡੀਗੜ੍ਹ ਦੇ ਨੀਲਮ ਸਿਨੇਮੇ ਦੇ ਸਾਹਮਣੇ ਚੰਡੀਗੜ੍ਹ ਦਾ ਪੂਰਾ ਮੈਪ ਬਣਾਇਆ ਜਾ ਰਿਹਾ ਪੈਰਾਂ 'ਚ, ਕਦੇ ਵੀ ਪੈਰਾਂ 'ਚ ਰੋਲਣ ਨੂੰ ਕੋਈ ਚੀਜ਼ ਨਹੀਂ ਹੁੰਦੀ, ਉਹਦੇ ਬਾਰੇ ਕੋਈ ਤੁਹਾਡਾ ਇਤਰਾਜ਼? ਅਸੀਂ ਉਹਦਾ ਵੀ ਬਹੁਤ ਜਲਦੀ, ਅੱਜ ਤੁਸੀਂ ਨੌਲੇਜ ਦਿਲਾਇਆ ਮੈਨੂੰ, ਕਈ ਸੰਸਥਾਵਾਂ ਦੇ ਫੋਨ ਆਏ ਸੀ ਮੈਨੂੰ, ਉਹ ਗੱਲਾਂ ਚੱਲ ਰਹੀਆਂ ਸੀ। ਅਸੀਂ ਉਹਦੇ ਵਾਸਤੇ ਵੀ ਐਡਵਾਈਜ਼ਰ ਸਾਹਿਬ ਨੂੰ ਮਿਲਾਂਗੇ, ਕਿਉਂਕਿ ਐਡਵਾਈਜ਼ਰ ਸਾਹਿਬ ਜਿਹੜੇ ਆਏ ਹੈ
ਉਹ ਅਸੀਂ ਮਿਲੇ ਤਾਂ ਨਹੀਂ, ਲੇਕਿਨ ਲੋਕੀ ਕਹਿੰਦੇ ਕਿ ਬਹੁਤ ਵਧੀਆ ਐਡਵਾਈਜ਼ਰ ਹੈ। ਜਿਹੜਾ ਸ਼ਹਿਰ ਦੇ ਵਿੱਚ ਪੰਜਾਬ ਤੇ ਲੱਗਦੇ ਸ਼ਹਿਰ ਦੇ ਬੱਗਾ ਦੇ ਹੈ, ਉਹਨਾਂ ਨੂੰ ਚੰਡੀਗੜ੍ਹ ਬਾਰੇ ਸਾਰਾ ਪਤਾ ਹੈ, ਚੰਡੀਗੜ੍ਹ ਰਹਿ ਚੁੱਕੇ ਹੈ। ਮੈਨੂੰ ਲੱਗਦਾ ਪਹਿਲੇ ਅਫਸਰ ਹੈ ਜਿਹੜੇ ਚੰਡੀਗੜ੍ਹ ਦੇ ਪਹਿਲੇ ਪੜ੍ਹੇ ਲਿਖੇ ਹੈ ਔਰ ਇੱਥੇ ਆਏ ਹੈ, ਤੇ ਮੈਨੂੰ ਵਿਸ਼ਵਾਸ ਹੈ ਕਿ ਇਹਦੇ ਉੱਪਰ ਇਹ ਕੰਮ ਕਰਨਗੇ ਔਰ ਅਸੀਂ ਰੋਕਣ ਵਾਸਤੇ ਪੁਰਜ਼ੋਰ ਕੋਸ਼ਿਸ਼ ਕਰਾਂਗੇ। ਤੁਹਾਡਾ ਵੀ ਸਹਿਯੋਗ ਲਾਂਗਾ, ਕਿਉਂਕਿ ਮੀਡੀਆ ਹੀ ਸਤੰਭ ਹੈ। ਮੀਡੀਆ ਜੋ ਹੈ ਸਾਰੀ ਗੱਲਾਂ ਉਠਾਉਂਦਾ ਰਹਿੰਦਾ ਔਰ ਸਾਨੂੰ ਜ਼ਰੂਰਤ ਹੈ ਸਾਰੇ ਚੰਡੀਗੜ੍ਹ ਸ਼ਹਿਰ ਵਾਸੀਆਂ ਦੀ ਕਿ ਉਸ ਪ੍ਰੋਜੈਕਟ ਨੂੰ ਰੋਕਣ ਵਾਸਤੇ ਵੀ ਸਾਰੇ ਅੱਗੇ ਆਉਣ ਕਿ ਚੰਡੀਗੜ੍ਹ ਜਿਹੜਾ ਮੈਪ ਉਹ ਪੈਰਾਂ ਦੇ ਵਿੱਚ ਨਾ ਹੋਵੇ। ਇੱਕ ਇਹ ਵੱਡੀ ਦਿੱਕਤ ਆਉਂਦੀ ਆ, ਕਿਉਂਕਿ ਜਿਹੜਾ ਪੈਸਾ ਜਿਹਦੀ ਸਹੀ ਵਰਤੋਂ ਹੋਵੇ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਨੇ। ਚੰਡੀਗੜ੍ਹ ਦੇ ਵਿੱਚ ਹਰ ਥਾਂ ਤੇ ਲਾਈਟ ਪੁਆਇੰਟ ਬਣ ਗਏ ਨੇ, ਓਵਰ ਬ੍ਰਿਜ ਬਣਾਉਣ ਦੀ ਲੋੜ ਹੈ। ਨਾਲ ਪਾਣੀ ਕਈ ਵਾਰੀ ਓਵਰਫਲੋ ਹੋ ਜਾਂਦਾ ਹੈ, ਲੋਕਾਂ ਨੂੰ ਦਿੱਕਤ ਆਉਂਦਾ ਹੈ, ਗੱਡੀਆਂ ਖਰਾਬ ਹੁੰਦੀਆਂ, ਲੋਕ ਫਸ ਜਾਂਦੇ ਨੇ। ਦੋ ਦਿੱਕਤਾਂ ਦਾ ਹੱਲ ਪ੍ਰਸ਼ਾਸਨ ਨਹੀਂ ਕਰ ਰਿਹਾ, ਇਹਦੇ ਲਈ ਵੀ ਆਵਾਜ਼ ਉਠਾਓ। ਪਹਿਲੀ ਗੱਲ ਤਾਂ ਸਾਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ। ਚੰਡੀਗੜ੍ਹ ਸ਼ਹਿਰ ਦੀ ਜਿੰਨੀ ਜਨਤਾ ਹੈ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ, ਕਿ ਸਵਰ 'ਤੇ ਆਵਾਜ਼ ਉਠਾਉਣੀ ਪਊਗਾ ਕਿ ਜਿਹੜੇ ਅਫਸਰ ਆਉਂਦੇ ਇੱਥੋਂ, ਕੋਈ ਦਿੱਲੀ ਤੋਂ ਆ ਰਿਹਾ, ਕੋਈ ਕਰਨਾਟਕਾ ਤੋਂ ਆ ਰਿਹਾ, ਕੋਈ ਕਿਸੇ ਸਟੇਟ ਤੋਂ ਆ ਰਿਹਾ, ਉਹਨੂੰ ਚੰਡੀਗੜ੍ਹ ਬਾਰੇ ਕੁਝ ਨਹੀਂ ਪਤਾ ਹੁੰਦਾ। ਉਹ ਕੇਵਲ 2 ਸਾਲ ਵਾਸਤੇ ਡਿਪੂਟੇਸ਼ਨ ਤੇ ਆਉਂਦਾ ਹੈ, ਉਲਟੇ सीधे प्रोजेक्ट लेके आता और चला जाता है। ਸਾਨੂੰ ਤਾਂ ਪਹਿਲੇ ਇਹ ਪ੍ਰਸ਼ਾਸਨ ਨੂੰ ਮਿਲ ਕੇ ਆਵਾਜ਼ ਉਠਾਉਣੀ ਪਏਗੀ ਕਿ ਕੋਈ ਵੀ ਅਫਸਰ ਜਿਹੜਾ ਆਵੇ ਜਿਹੜਾ ਚੰਡੀਗੜ੍ਹ ਸ਼ਹਿਰ ਬਾਰੇ ਜਾਣਦਾ ਹੋਵੇ। ਪੁਲ ਦੀ ਬਹੁਤ ਜ਼ਰੂਰਤ, ਜਦੋਂ ਤੁਸੀਂ ਕਿਹਾ ਟ੍ਰਿਬਿਊਨ ਚੌਕ ਦੇ ਵਿੱਚ ਜਾਮ ਲਗਾ ਰਹਿੰਦਾ, ਪੁਲਿਸ ਥਾਂ ਥਾਂ ਖੜੀ ਕਰਦੀ, ਲੇਕਿਨ ਪੁਲਿਸ ਤੁਸੀਂ ਦੇਖਦੇ ਹੋਣੇ ਕਿ ਲਾਈਟ ਪੁਆਇੰਟ ਦੇ ਬਾਹਰ ਖੜੀ ਹੁੰਦੀ ਹੈ। ਜੇ ਵਹੀ ਪੁਲਿਸ ਵਾਲੇ ਲਾਈਟ ਪੁਆਇੰਟ ਦੇ ਖੜਨ ਤਾਂ ਮੈਨੂੰ ਲੱਗਦਾ ਹੈ ਨਹੀਂ ਕਿ ਕੋਈ ਲਾਈਟ ਕ੍ਰਾਸ ਕਰੂਗਾ। ਲਾਈਟ ਕ੍ਰਾਸ ਕਰਨ ਦੀ ਉਹ ਇੰਤਜ਼ਾਰ ਕਰਦੇ ਹੈ, ਜਹਾਂ ਤੱਕ ਕਿਹਾ ਜਾਵੇ ਤਾਂ। ਅੱਜ ਜਿਹੜੇ ਸ਼ਹਿਰ ਦੇ ਵਿੱਚ ਇੰਨੇ ਵੱਡੇ ਲਾਈਟ ਦਾ ਢਾਂਚਾ ਲਗਾ ਦਿੱਤਾ ਗਿਆ, ਉਹ ਲਾਈਟ ਦਾ ਵੀ ਢਾਂਚਾ ਤਾਂ ਲਗਾ ਦਿੱਤਾ ਗਿਆ, ਲੇਕਿਨ ਉਹਨੂੰ ਜਿਹੜੀ ਦੇਖ ਰੇਖ ਵਾਸਤੇ ਕਿਆ ਸ਼ਹਿਰ ਦੇ ਅੰਦਰ ਇੰਨਾ ਜ਼ਿਆਦਾ ਅਫਸਰਸ਼ਾਹੀ ਕੀਤੀ ਗਈ, ਉੱਥੇ ਅਪਾਇੰਟਮੈਂਟ ਲਿੱਤੀ ਗਈ ਲੋਕਾਂ ਦੀ ਕਿ ਜਿੱਥੇ ਨਿਯੁਕਤੀ ਹੋਵੇ। ਅੱਜ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਸ਼ਹਿਰ ਦੀ ਜਨਤਾ ਨੂੰ ਅੱਗੇ ਆਉਣਾ ਪਊਗਾ। ਤੁਹਾਡੇ ਵਰਗੇ ਜਿਹੜੇ ਮੀਡੀਆ ਵਾਲੇ ਹੈ, ਜਿਵੇਂ ਆਵਾਜ਼ ਤੁਸੀਂ ਉਠਾ ਰਹੇ ਹੋ, ਸਾਡੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਥੇ ਆਏ ਹੋ ਔਰ ਇਹ ਘੁਟਾਲੇ ਨੂੰ ਵੀ ਉਜਾਗਰ ਕਰੋਗੇ। ਜਿਹੜੀ ਸ਼ਹਿਰ ਦੀ ਸਾਰੀ ਸਮੱਸਿਆਵਾਂ, ਉਹ ਸਮੱਸਿਆਵਾਂ ਨੂੰ ਤੁਸੀਂ ਮਿਲ ਕਰ, ਅਸੀਂ ਤੁਹਾਡੇ ਨਾਲ ਸ਼ਹਿਰ ਦੇ ਵਿੱਚ ਹਰ ਸੈਕਟਰ ਦੇ ਵਿੱਚ ਕੈਂਪੇਨਿੰਗ ਕਰਾਂਗੇ ਔਰ ਜੋ ਵੀ ਸਮੱਸਿਆਵਾਂ ਹੋਗੀ ਐਡਵਾਈਜ਼ਰ ਸਾਹਿਬ ਤੱਕ ਅਸੀਂ ਪਹੁੰਚਾਵਾਂਗੇ। ਠੀਕ ਹੈ, ਸ਼ੁਕਰੀਆ। ਸੋ ਇਹ ਸਨ ਵਾਤਾਵਰਨ ਪ੍ਰੇਮੀ ਚੰਡੀਗੜ੍ਹ ਨਾਲ ਸੰਬੰਧਿਤ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਚੰਡੀਗੜ੍ਹ ਦਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ। ਜੋ ਲੋਕਾਂ ਨੂੰ ਸਹੂਲਤਾਂ ਦੇਣ ਦੀ ਲੋੜ ਹੈ ਉਸ ਪਾਸੇ ਪੈਸਾ ਖਰਚ ਨਹੀਂ ਕੀਤਾ ਜਾ ਰਿਹਾ। ਬੇਲੋੜੇ ਕੰਮਾਂ 'ਤੇ, ਜਿਸ ਤਰ੍ਹਾਂ ਪੰਛੀਆਂ ਨੂੰ ਗੁਲਾਮ ਬਣਾਉਣ ਦਾ ਪ੍ਰੋਜੈਕਟ ਹੈ, ਉਹਦੇ ਉੱਤੇ ਕਰੋੜਾਂ ਰੁਪਈਆ ਖਰਚ ਕੀਤਾ ਜਾ ਰਿਹਾ, ਜਿਸ ਦਾ ਇਹ ਲਗਾਤਾਰ ਵਿਰੋਧ ਕਰਨਗੇ ਤੇ ਲੋਕਾਂ ਨੂੰ ਜਾਗਰੂਕ ਵੀ ਕਰਨਗੇ ਕਿ ਪ੍ਰਸ਼ਾਸਨ ਦੇ ਮਾੜੇ ਵਤੀਰੇ ਖਿਲਾਫ ਆਵਾਜ਼ ਉਠਾਈ ਜਾ ਸਕੇ। ਕੈਮਰਾਮੈਨ ਜੇਪੀ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।